ਸਤਨਾਮ ਵਾਹਿਗੁਰੂ ਸਾਹਿਬ ਜੀ। ਸਤਿਗੁਰ ਆਇਓ ਕਰਨ ਤੁਮਾਰੀ, ਸਤਿਗੁਰ ਆਇਓ ਸਰਨ ਤੁਹਾਰੀ। ਮਿਲੈ ਸੂਖ ਨਾਮ ਹਰਿ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਝੈ ਦੂਜੀ ਠਾਹਰ, ਹਾਰ ਭਰਿਓ ਤੋ ਦੁਆਰੀ। ਲੇਖਾ ਛੋੜ ਅਲੇਖਾ ਹੈ ਹੈ, ਨਿਰਗੁਣ ਲਿਹੋ ਉਬਾਰੀ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹ ਬਾਰੀ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਰੀ ਨਿਧਾਨਾ। ਤੁਮਰੀ ਮਹਿਮਾ ਵਰਨ ਨ ਸਕੂੰ, ਤੂੰ ਠਾਕੁਰ ਊਚ ਭਗਵਾਨਾ। ਸੁਖਾਉ ਟਲ ਗੁਰ ਸੇਵੀਐ ਐਨਸ ਸਹਜ ਸੁਭਾਏ, ਦਰਸ਼ਨ ਪਰਸੀਐ ਗੁਰੂ ਕੇ, ਜਨਮ ਮਰਨ ਦੁਖ ਜਾਏ। ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ, ਡਿਠੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਕਟੀਐ। ਜਨ ਸੱਚਾ ਸੱਚਾ ਪਾਤਸ਼ਾਹ ਸਿਰ ਸਾਂਦੇ ਸਾਹੋ, ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾਂ। ਦਰਬਵੰਤ ਦਰਬ ਦੇਖ ਗਰਬੈ, ਭੂਮਵੰਤ ਅਭਿਮਾਨੀ। ਰਾਜਾ ਜਾਣੇ ਸਗਲ ਰਾਜ ਹਮਰਾ, ਤਿਉ ਹਰ ਜਨ ਟੇਕ ਸੁਆਮੀ। ਜੇ ਕੋ ਆਪਣੀ ਓਟ ਸਮਾਰੈ, ਜੈਸਾ ਬਿਤ ਤੈਸਾ ਹੋਏ ਵਰਤੈ। ਆਪਣਾ ਬਲ ਨਹੀਂ ਹਾਰੈ, ਦਰਬਵੰਤ ਦਰਬ ਦੇਖ ਗਰਬੈ, ਭੂਮਵੰਤ ਅਭਿਮਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਿਰਪਾ ਨਿਧਾਨ ਜੁਗੋ ਜੁਗ ਅਟਲ। ਸ਼ਬਦਾਵਤਾਰ 10 ਗੁਰੂ ਸਾਹਿਬਾਨ ਦੇ ਹਿਰਦਾ ਸਰੂਪ ਇਹ ਜੋ ਬਾਣੀ ਹੈ, ਇਸ ਨੂੰ ਸਰਵਨ ਕਰਨ ਵਾਸਤੇ ਆਪ ਸੰਗਤਾਂ ਨੇ ਗੁਰੂ ਦਰਬਾਰ ਦੇ ਵਿੱਚ ਇਕੱਤਰਤ ਹੋ ਕਰਕੇ ਸਤਿਗੁਰਾਂ ਦੀ ਗੁਰਬਾਣੀ ਕੀਰਤਨ ਦੇ ਰੂਪ ਦੇ ਵਿੱਚ, ਨਿਤਨੇਮ ਦੇ ਰੂਪ ਦੇ ਵਿੱਚ ਸਰਵਨ ਕੀਤੀ ਹੈ। ਵੱਡੇ ਭਾਗ, ਚੰਗੇ ਕਰਮ ਪ੍ਰਾਪਤ ਹੋਏ ਜੋ ਸਤ ਸੰਗਤ ਨੂੰ ਪ੍ਰਾਪਤ ਹੋਏ ਆ। ਸਤਿਗੁਰੂ ਮਹਾਰਾਜ ਸਾਹਿਬ ਜੀ ਇਸ ਮਨੁੱਖਾ ਜਨਮ ਦੇ ਵਿੱਚ ਸਭ ਤੋਂ ਵੱਡੀ ਇਹ ਦਾਤ ਜਿਹੜੀ ਹੈ, ਇਹ ਸਤ ਸੰਗਤ ਦੀ ਮਹਾਰਾਜ ਜੀਆਂ ਨੇ ਬਖਸ਼ੀ ਹੈ। ਜਿਸ ਸੰਗਤ ਵਿੱਚ ਮਿਲਣ ਕਰਕੇ ਤਰ ਜਾਈਦਾ, ਐਸੀ ਸੰਗਤ ਨੂੰ ਪ੍ਰਾਪਤ ਹੋਏ ਆ। ਆਓ ਕੁਝ ਸਮੇਂ ਲਈ ਆਪਣਾ ਮਨ, ਆਪਣਾ ਧਿਆਨ ਹੋਰ ਟਿਕਾਈਏ ਗੁਰੂ ਚਰਨਾਂ ਦੇ ਵਿੱਚ। ਭਾਵਨਾ ਦੇ ਨਾਲ ਸਤਿਗੁਰਾਂ ਦੇ ਅੰਮ੍ਰਿਤ ਬਚਨ ਜੋ ਹਨ, ਉਹਨਾਂ ਨੂੰ ਸਰਵਨ ਕਰਕੇ ਲਾਹਾ ਪ੍ਰਾਪਤ ਕਰੀਏ। ਮਿਲ ਕੇ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤਨਾਸਰੀ ਮਹੱਲਾ ਪੰਜਵਾਂ। ਪੰਚਮ ਗੁਰਦੇਵ ਸ਼ਹੀਦਾਂ ਦੇ ਸਰਤਾਜ, ਬਾਣੀ ਨੂੰ ਰਚਨਹਾਰ, ਬਾਣੀ ਕਾ ਬੋਹਿਥਾ ਤਿਆਰ ਕਰਨ ਵਾਲੇ ਐਸੇ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਸਾਹਿਬ ਜੀ। ਜਦੋਂ ਵੀ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਸਾਡੇ ਭਲੇ ਵਾਸਤੇ ਇਸ ਦਿਨ ਦੇ ਪ੍ਰਥਾਏ ਬਾਣੀ ਉਚਾਰਨ ਕਰ ਦਿਓ, ਉਸੇ ਵੇਲੇ ਮਹਾਰਾਜ ਸਿੱਖਾਂ ਦੀ ਬੇਨਤੀ ਸੁਣ ਕੇ ਉਸ ਬਾਣੀ ਨੂੰ ਉਚਾਰਨ ਕਰ ਦਿੰਦੇ ਜਿਸ ਪ੍ਰਥਾਏ ਸਿੱਖਾਂ ਨੇ ਬੇਨਤੀ ਕੀਤੀ ਹੈ। ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਜੋ ਸਾਡੇ ਸਿੱਖ ਹਨ, ਗੁਰਬਾਣੀ ਦੇ ਨਾਲ, ਨਾਮ ਦੇ ਨਾਲ ਜੁੜੇ ਰਹਿਣ। ਐਸੇ ਸਤਿਗੁਰੂ ਨੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਦੇ ਹਨ। ਦਰਬਵੰਤ ਦਰਬ ਦੇਖ ਗਰਬੈ, ਭੂਮਵੰਤ ਅਭਿਮਾਨੀ। ਗੁਰੂ ਪਾਤਸ਼ਾਹ ਕਹਿਣ ਲੱਗੇ, ਜਿਵੇਂ ਕੋਈ ਮਾਇਆਧਾਰੀ ਵਿਅਕਤੀ ਆਪਣੀ ਮਾਇਆ ਨੂੰ ਵੇਖ ਕੇ ਹੰਕਾਰ ਕਰਦਾ, ਮੇਰੇ ਕੋਲ ਇੰਨੇ ਖਜ਼ਾਨੇ ਨੇ, ਮੇਰੇ ਕੋਲ ਇੰਨੀ ਮਾਇਆ ਹੈ, ਮੇਰੇ ਕੋਲ ਇੰਨਾ ਸੋਨਾ, ਇੰਨਾ ਚਾਂਦੀ ਹੈ, ਇੰਨੇ ਹੀਰੇ ਜਵਾਹਰਾਤ ਨੇ, ਉਹ ਉਹਨਾਂ ਦੀ ਗਿਣਤੀ ਕਰਦਾ, ਵਾਰ-ਵਾਰ ਮਾਣ ਵੀ ਕਰਦਾ, ਅਪਮਾਨ ਕਰਦਾ, ਹੰਕਾਰ ਕਰਦਾ। ਮੇਰੇ ਵਰਗਾ ਧਨ ਨਹੀਂ ਕਿਸੇ ਨੇ ਜੋੜਿਆ, ਮੇਰੇ ਵਰਗੇ ਪਦਾਰਥ ਨਹੀਂ ਹੈ ਕਿਸੇ ਦੇ ਕੋਲ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਧਨੀ ਪੁਰਸ਼ ਨੂੰ ਧਨ ਦਾ ਹੰਕਾਰ ਹੁੰਦਾ। ਇਸੇ ਤਰ੍ਹਾਂ ਜਿਹੜਾ ਭੂਮੀ ਦਾ ਮਾਲਕ ਜ਼ਿਮੀਂਦਾਰ ਹੈ, ਉਹਨੂੰ ਆਪਣੀ ਜ਼ਮੀਨ ਦਾ ਹੰਕਾਰ ਹੁੰਦਾ, ਮੇਰੇ ਕੋਲ ਇੰਨੇ ਏਕੜ ਜਾਂ ਇੰਨੇ ਸੈਂਕੜੇ ਏਕੜ ਮੇਰੇ ਕੋਲ ਜ਼ਮੀਨ ਹੈ, ਮੇਰੀ ਜ਼ਮੀਨ 2 ਪਿੰਡਾਂ ਵਿੱਚ ਹੈ, 4 ਪਿੰਡਾਂ ਵਿੱਚ ਹੈ, ਮੈਂ ਬਹੁਤ ਵੱਡਾ ਜ਼ਿਮੀਂਦਾਰ ਹਾਂ। ਜਾਂ ਇਸ ਤਰ੍ਹਾਂ ਕਹਿ ਲਈਏ, ਮੈਂ ਬਹੁਤ ਵੱਡਾ ਨੰਬਰਦਾਰ ਹਾਂ, ਜਾਂ ਮੈਂ ਜੈਲਦਾਰ ਹਾਂ। ਆਪਣੀ ਜ਼ਮੀਨ ਦਾ ਹੰਕਾਰ ਕਰ ਲੈਂਦਾ। ਹੰਕਾਰ ਵਿੱਚ ਕਈ ਵਾਰੀ ਵੱਡੇ ਵੱਡੇ ਬਚਨ ਵੀ ਕਰ ਲੈਂਦਾ। ਕਰੋੜੀਆ ਨਾਮ ਦਾ ਇੱਕ ਵਿਅਕਤੀ ਹੋਇਆ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਸਮੇਂ। ਤੇ ਸਤਿਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਦੇ ਕੋਲ ਇੱਕ ਬੀਬੀ ਆਉਂਦੀ ਹੈ, ਬੜੀ ਸ਼ਰਧਾ ਦੇ ਨਾਲ ਆਪਣੇ ਘਰ ਦੇ ਵਿੱਚੋਂ ਦੁੱਧ ਲੈ ਕੇ ਆਉਂਦੀ, ਗੜਵਾ ਭਰ ਕੇ। ਸਤਿਗੁਰਾਂ ਨੂੰ ਦੁੱਧ ਛਕਾ ਕੇ, ਮਹਾਰਾਜ ਦੇ ਨਾਲ ਦੇ ਸਾਥੀਆਂ ਨੂੰ ਦੁੱਧ ਛਕਾ ਕੇ ਸਤਿਗੁਰਾਂ ਦੀ ਪ੍ਰਸੰਨਤਾ ਲੈਂਦੀ ਹੈ।
ਇੱਕ ਦਿਨ ਇਹ ਦੋਧਾ ਨਾਮ ਦਾ ਜਿਹੜਾ ਵਿਅਕਤੀ ਹੈ ਨਾ, ਇਸ ਨੇ ਵੇਖਿਆ ਕਿ ਅੰਮ੍ਰਿਤ ਵੇਲੇ ਦੁੱਧ ਦਾ ਭਰ ਕੇ ਗੜਵਾ ਕਟੋਰਾ ਇਹ ਲੈ ਕੇ ਜਾ ਰਹੀ ਹੈ। ਪਿੱਛਾ ਕਰਨਾ ਸ਼ੁਰੂ ਕਰ ਦਿੱਤਾ, ਮੈਂ ਦੇਖ ਕੇ ਆਵਾਂ ਇਹ ਦੁੱਧ ਕਿੱਥੇ ਪਾ ਕੇ ਆਉਂਦੀ ਹੈ ਜਾਂ ਕਿਸ ਨੂੰ ਦੁੱਧ ਦਿੱਤਾ ਹੈ। ਇਸ ਨੇ ਜਾ ਕੇ ਲੋਕੇ ਕੀ ਵੇਖਦਾ ਹੈ, ਸਾਧੂ ਬੈਠੇ ਹੋਏ ਦੋ ਤੇ ਉਸ ਬੀਬੀ ਨੇ ਗੜਵਾ ਦੁੱਧ ਦਾ ਰੱਖਿਆ ਤੇ ਨਮਸਕਾਰ ਕੀਤੀ ਹੈ। ਜਦੋਂ ਦੁੱਧ ਛਕਣ ਵਾਸਤੇ 2 ਭਾਂਡਿਆਂ ਵਿੱਚ ਪਾਇਆ ਤੇ ਮਹਾਰਾਜ ਕਹਿਣ ਲੱਗੇ, ਨਹੀਂ, 2 ਭਾਂਡਿਆਂ ਵਿੱਚ ਨਹੀਂ, ਇਸ ਦੁੱਧ ਨੂੰ 3 ਭਾਂਡਿਆਂ ਵਿੱਚ ਪਾਓ। ਬੇਨਤੀ ਕੀਤੀ, ਮਹਾਰਾਜ ਅੱਗੇ ਤੇ ਆਪ ਜੀ 2 ਬਰਤਨਾਂ ਵਿੱਚ 2 ਬਾਟਿਆਂ ਵਿੱਚ ਦੁੱਧ ਛਕ ਲੈਂਦੇ ਹੋ, ਅੱਜ 3 ਬਾਟੇ ਕਿਸ ਵਾਸਤੇ? ਸਤਿਗੁਰੂ ਕਹਿਣ ਲੱਗੇ, ਇਹ ਦੋਧਾ ਨਾਮ ਦਾ ਵਿਅਕਤੀ ਆਇਆ ਹੈ, ਉਹਨੂੰ ਵੀ ਬੁਲਾ ਲਿਓ। ਲੋਕੇ ਛੁਪ ਕੇ ਖਲੋਤਾ ਹੋਇਆ। ਜਦੋਂ ਉਸ ਨੂੰ ਬੁਲਾਇਆ ਗਿਆ ਕੋਲ ਤੇ ਮਹਾਰਾਜ ਕਹਿਣ ਲੱਗੇ ਵੀ ਆਹ ਦੁੱਧ ਸਾਨੂੰ ਪ੍ਰਾਪਤ ਹੋਇਆ, ਤੁਸੀਂ ਵੀ ਇਹ ਦੁੱਧ ਛਕ ਲਵੋ। ਉਹਨੂੰ ਬੜਾ ਮਾਣ ਹੈ ਮਨ ਦੇ ਵਿੱਚ, ਕਹਿਣ ਲੱਗਾ, ਮਹਾਰਾਜ ਅਸੀਂ ਤੇ ਦੁੱਧ ਰੋਜ਼ ਹੀ ਪੀਂਦੇ ਹਾਂ, ਸਾਡੇ ਕੋਲ ਤੇ ਬੜੀਆਂ ਮੱਝਾਂ ਨੇ, ਗਾਵਾਂ, ਲਵੇਰੀਆਂ, ਜ਼ਮੀਨ ਜਾਇਦਾਦ, ਬੜਾ ਧਨ ਪਦਾਰਥ, ਮੈਂ ਸੇਠ ਹਾਂ ਇਲਾਕੇ ਦਾ, ਵੱਡਾ ਜੈਲਦਾਰ, ਜ਼ਗੀਰਦਾਰ ਹਾਂ। ਅਸੀਂ ਤੇ ਰੋਜ਼ ਦੁੱਧ ਪੀਂਦੇ ਹਾਂ, ਦੁੱਧ ਤੋਂ ਬਣੇ ਪਦਾਰਥ ਵੀ ਛਕਦੇ ਹਾਂ। ਤੁਹਾਡੇ ਵਰਗੇ ਸਾਧੂਆਂ ਨੂੰ ਕਦੇ ਕਦੇ ਨਸੀਬ ਹੁੰਦਾ, ਤੁਸੀਂ ਜੰਗਲਾਂ ਵਿੱਚ ਰਹਿਣ ਵਾਲੇ, ਇੱਧਰ ਉੱਧਰ ਤੁਰਨ ਫਿਰਨ ਵਾਲੇ, ਤੁਹਾਨੂੰ ਰੋਜ਼ ਦੁੱਧ ਕਿੱਥੋਂ ਨਸੀਬ ਹੁੰਦਾ ਹੋਣਾ? ਇਹ ਤੁਸੀਂ ਛਕ ਲਵੋ, ਰੱਜ ਕੇ ਛਕ ਲਵੋ, ਅਸੀਂ ਰੋਜ਼ ਪੀ ਲੈਂਦੇ ਹਾਂ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਬਚਨ ਸੁਣਿਆ, ਕਹਿਣ ਲੱਗੇ, ਚਲੋ ਇਹ ਵੀ ਬਚਨ ਠੀਕ ਹੈ। ਆਪਣੇ ਕੋਲੋਂ ਮਹਾਰਾਜ ਜੀਆਂ ਨੇ ਇੱਕ ਗੜਵਾ ਦਿੱਤਾ, ਕਹਿਣ ਲੱਗੇ, ਜਾ ਫਿਰ ਸਾਡੇ ਵਾਸਤੇ ਜਲ ਲੈ ਕੇ ਆ, ਅਸੀਂ ਹੱਸ ਉੱਚੇ ਕਰ ਲਈਏ। ਚੱਲ ਪਿਆ ਗੜਵਾ ਲੈ ਕੇ। ਜਦੋਂ ਖੂਹ 'ਤੇ ਪਹੁੰਚਿਆ ਨਾ, ਤੇ ਖੂਹ ਦੇ ਵਿੱਚ ਬਾਲਟੀ ਨੂੰ ਲੱਜਾ ਦੇ ਨਾਲ, ਰੱਸੇ ਦੇ ਨਾਲ ਬੰਨ੍ਹ ਕੇ ਥੱਲੇ ਭੇਜਿਆ। ਜਦੋਂ ਬਾਲਟੀ ਭਰ ਕੇ ਬਾਹਰ ਖਿੱਚੀ ਹੈ, ਬਾਹਰ ਕੱਢੀ ਹੈ, ਤੇ ਕੀ ਵੇਖਦਾ, ਬਾਲਟੀ ਦੁੱਧ ਦੀ ਭਰੀ ਹੋਈ ਹੈ। ਬੜਾ ਹੈਰਾਨ ਹੁੰਦਾ, ਖੂਹ ਦੇ ਵਿੱਚ ਵੇਖਦਾ ਤੇ ਪਾਣੀ ਹੈ, ਬਾਲਟੀ ਵਿੱਚ ਵੇਖਦਾ ਦੁੱਧ ਹੈ। ਪਰ ਮੈਂ ਲੈਣ ਤੇ ਪਾਣੀ ਆਇਆ, ਦੁੱਧ ਨੂੰ ਪਰੇ ਕੀਤਾ, ਦੁਬਾਰਾ ਫਿਰ ਬਾਲਟੀ ਖੂਹ ਵਿੱਚ ਪਾਈ ਹੈ, ਫਿਰ ਦੁੱਧ ਦੀ ਭਰੀ ਹੈ। 2-3 ਵਾਰੀ ਇਹ ਕਿਰਿਆ ਕੀਤੀ ਤੇ ਮੁੜ ਕੇ ਜਦੋਂ ਖੂਹ ਦੇ ਵਿੱਚ ਝਾਤ ਮਾਰ ਕੇ ਵੇਖਿਆ ਤੇ ਕੀ ਵੇਖਦਾ ਪਿਆ, ਪੂਰਾ ਖੂਹ ਹੀ ਦੁੱਧ ਦਾ ਬਣਿਆ ਹੋਇਆ। ਬੜਾ ਸੋਚੀ ਪੈ ਗਿਆ, ਬੜਾ ਹੈਰਾਨ ਹੋ ਗਿਆ। ਲੈਣ ਪਾਣੀ ਆਇਆ, ਦਿਸਦਾ ਪਹਿਲਾਂ ਪਾਣੀ ਸੀ, ਹੁਣ ਤੇ ਦਿਸਦਾ ਵੀ ਦੁੱਧ ਹੀ ਪਿਆ। ਖੂਹ ਨੂੰ ਛੱਡ ਕੇ ਅੱਗੇ ਨਦੀ 'ਤੇ ਚਲਾ ਗਿਆ। ਨਦੀ ਦਾ ਪਾਣੀ ਜਾਂਦਾ ਵੇਖ ਕੇ ਉਹਦੇ ਵਿੱਚੋਂ ਗੜਵਾ ਪਾਣੀ ਦਾ ਭਰਿਆ। ਜਦੋਂ ਭਰ ਕੇ ਗੜਵਾ ਪਾਣੀ ਦਾ ਬਾਹਰ ਕੱਢ ਕੇ ਤੁਰਨ ਲੱਗਾ ਤੇ ਕੀ ਵੇਖਦਾ ਵੀ ਗੜਵਾ ਫਿਰ ਦੁੱਧ ਦਾ ਹੀ ਭਰਿਆ, ਪਾਣੀ ਦਾ ਨਹੀਂ। ਬੜਾ ਹੈਰਾਨ ਹੈ, ਅੱਜ ਮੇਰੇ ਨਾਲ ਕੀ ਹੁੰਦਾ ਪਿਆ। ਪਹਿਲਾਂ ਖੂਹ ਦੇ ਵਿੱਚੋਂ ਪਾਣੀ ਲੈਣ ਗਿਆ, ਦੁੱਧ ਮਿਲਿਆ, ਹੁਣ ਨਦੀ ਤੋਂ ਪਾਣੀ ਲੈਣ ਆਇਆ, ਇਹ ਵੀ ਗੜਵਾ ਦੁੱਧ ਦਾ ਭਰਿਆ। ਜੇ ਦੂਜੀ ਵਾਰੀ ਫਿਰ ਗੜਵਾ ਭਰਿਆ ਤੇ ਗੜਵੇ ਵਿੱਚ ਦੁੱਧ ਫਿਰ ਦਿਖਾਈ ਦਿੱਤਾ ਹੈ। ਹੁਣ ਨਦੀ ਦੇ ਵੱਲ ਵੇਖਦਾ, ਗੁਰਮੁਖੋ ਸਾਰੀ ਨਦੀ ਜਿਹੜੀ ਹੈ ਉਹ ਦੁੱਧ ਦੀ ਭਰੀ ਹੋਈ ਦਿਖਾਈ ਦਿੰਦੀ ਹੈ। ਨਦੀਆਂ ਹੋਵੇ ਧੇਨਵਾ, ਸੁਮ ਹੋਵੇ ਦੁੱਧ ਘੀਓ। ਇਹ ਮਹਾਰਾਜ ਜੀਆਂ ਦਾ ਬਚਨ ਵੀ ਹੈ ਗੁਰਬਾਣੀ ਵਿੱਚ। ਪਰਮਾਤਮਾ ਚਾਹਵੇ ਤੇ ਨਦੀਆਂ ਦੁੱਧ ਦੀਆਂ ਵਗਾ ਸਕਦਾ, ਉਹਦੇ ਭਗਤ ਵੀ ਵਗਾ ਸਕਦੇ ਨੇ, ਚਲਾ ਸਕਦੇ। ਫਿਰ ਜਾ ਕੇ ਮਨ ਦਾ ਹੰਕਾਰ ਟੁੱਟਿਆ। ਤੂੰ ਤੇ 2-4 ਲਵੇਰੀਆਂ ਘਰ ਵਿੱਚ ਮੱਝਾਂ ਰੱਖ ਕੇ ਤੇ ਮਨ ਵਿੱਚ ਹੰਕਾਰ ਕਰਕੇ ਇਹ ਗੱਲ ਕਹੀ ਹੈ ਕਿ ਮੈਂ ਤੇ ਰੋਜ਼ ਦੁੱਧ ਪੀਂਦਾ ਹਾਂ, ਤੁਹਾਨੂੰ ਕਦੇ ਕਦੇ ਮਿਲਦਾ ਹੈ। ਇਹ ਬਚਨ ਮੈਂ ਠੀਕ ਨਹੀਂ ਕੀਤਾ। ਉਹ ਤੇ ਮਾਲਕ ਨੇ ਜਿਨ੍ਹਾਂ ਦੇ ਹੁਕਮ ਦੇ ਵਿੱਚ ਇਹ ਖੂਹ ਤੇ ਇਹ ਨਦੀਆਂ ਦੁੱਧ ਦੀਆਂ ਬਣ ਗਈ। ਵਾਪਸ ਆਇਆ, ਮਹਾਰਾਜ ਜੀਆਂ ਦੇ ਚਰਨਾਂ 'ਤੇ ਢਹਿ ਪਿਆ, ਬੇਨਤੀ ਕਰਦਾ, ਮਹਾਰਾਜ ਹੰਕਾਰ ਦੇ ਵਿੱਚ, ਮਾਣ ਦੇ ਵਿੱਚ ਮੈਂ ਐਸਾ ਬਚਨ ਕਰ ਬੈਠਾ। ਮੈਨੂੰ ਆਪ ਜੀ ਦੀ ਮਹਿਮਾ ਦਾ ਨਹੀਂ ਸੀ ਪਤਾ, ਪਰ ਮੇਰੀ ਗਲਤੀ ਗੁਨਾਹ ਨੂੰ ਆਪ ਜੀ ਕਿਰਪਾ ਕਰਕੇ ਮਾਫ ਕਰ ਦਿਓ। ਤੇ ਸਤਿਗੁਰੂ ਪਾਤਸ਼ਾਹ ਨੇ ਫਿਰ ਉਹਨਾਂ ਦੋਨਾਂ ਮੀਆਂ ਬੀਬੀ ਨੂੰ ਉਪਦੇਸ਼ ਦੇ ਕੇ ਇਹ ਨਿਹਾਲ ਕੀਤਾ, ਐਸੀਆਂ ਬਖਸ਼ਿਸ਼ਾਂ ਕਰਦੇ। ਇਸੇ ਜਗ੍ਹਾ ਦੇ ਉੱਪਰ ਇੱਕ ਕਰੋੜੀ ਮੱਲ ਹੋਇਆ। 'ਤੇ
ਸਤਿਗੁਰੂ ਨਾਨਕ ਦੇਵ ਪਾਤਸ਼ਾਹ ਜਦੋਂ ਜਾ ਕੇ ਬੈਠੇ, ਇਹਨੂੰ ਕਿਸੇ ਨੇ ਦੱਸ ਦਿੱਤਾ ਵੀ ਕੁਝ ਸਾਧੂ ਆ ਗਏ, ਤੇਰੀ ਜ਼ਮੀਨ ਦੇ ਉੱਪਰ ਉਹ ਕਬਜ਼ਾ ਕਰਨਾ ਚਾਹੁੰਦੇ। ਉਹਨਾਂ ਨੇ ਆਪਣਾ ਡੇਰਾ ਲਾ ਲਿਆ ਤੇ ਕਰੋੜੀਆ ਸੇਠ ਨਾਲ ਲੈ ਕੇ ਬੰਦੇ, ਡਾਂਗ ਸੋਟਾ ਨਾਲ ਲੈ ਕੇ ਚੱਲ ਪਿਆ ਹਮਲਾ ਕਰਨ ਵਾਸਤੇ। ਘਰ ਤੋਂ ਚੱਲਿਆ, ਘੋੜੇ ਤੇ ਬੈਠਾ, ਚਲਦਿਆਂ ਚਲਦਿਆਂ ਜਦੋਂ ਮਹਾਰਾਜ ਜੀਆਂ ਦੇ ਕੋਲ ਪਹੁੰਚਿਆ ਤੇ ਅੱਖਾਂ ਤੋਂ ਦਿਸਣਾ ਬੰਦ ਹੋ ਗਿਆ। ਜਦੋਂ ਘੋੜੇ ਨੂੰ ਪਿੱਛੇ ਨੂੰ ਮੋੜਦਾ, ਆਪਣੇ ਪਿੰਡ ਵੱਲ ਨੂੰ, ਘਰ ਵੱਲ ਨੂੰ ਦਿਸਣ ਲੱਗ ਪੈਂਦਾ। ਜਦੋਂ ਅੱਗੇ ਨੂੰ ਜਾਣਾ ਚਾਹੁੰਦਾ ਤੇ ਨਿਗਾਹ ਕੰਮ ਨਹੀਂ ਕਰਦੀ। ਸਾਥੀਆਂ ਨੇ ਸਮਝਾਇਆ, ਕਹਿਣ ਲੱਗੇ ਜਿਹਦੇ ਤੇ ਵਾਰ ਕਰਨ ਜਾ ਰਿਹਾ, ਜਿਹਦੇ ਤੇ ਹਮਲਾ ਕਰਨਾ ਚਾਹੁੰਦਾ, ਉਹ ਕਰਾਮਾਤੀ ਹੈ, ਉਹ ਕੋਈ ਪੂਰਨ ਪੀਰ ਹੈ, ਉਹਦੇ ਨਾਲ ਜੰਗ ਨਹੀਂ, ਲੜਾਈ ਨਹੀਂ, ਉਹਦੀ ਸ਼ਰਨ ਵਿੱਚ ਪੈ, ਤੇਰਾ ਭਲਾ ਹੋਵੇਗਾ। ਫਿਰ ਇਸ ਤਰ੍ਹਾਂ ਇਹ ਜਿਹੜਾ ਕਰੋੜੀਆ ਸੇਠ ਹੈ ਨਾ, ਮਹਾਰਾਜ ਦੀ ਸ਼ਰਨ ਵਿੱਚ ਆ ਕੇ ਬੇਨਤੀ ਕਰਦਾ, ਮਹਾਰਾਜ ਜਿੰਨੀ ਵੀ ਮੇਰੀ ਜ਼ਮੀਨ ਜਾਇਦਾਦ ਹੈ ਨਾ, ਸਾਰੀ ਆਪ ਜੀ ਦੀ ਹੋਈ, ਆਪ ਜੀ ਕਿਰਪਾ ਕਰਕੇ ਇੱਥੇ ਰਹੋ, ਮੇਰੇ ਕੋਲ ਰਹੋ, ਇਹ ਮੇਰੇ 'ਤੇ ਕਿਰਪਾ ਕਰੋ। ਐਸੀਆਂ ਦਾਤਾਂ ਜਿਹੜੀਆਂ ਨੇ ਮਹਾਰਾਜ ਸਾਹਿਬ ਜੀਆਂ ਨੇ ਹੰਕਾਰ ਦੂਰ ਕਰਕੇ ਤੇ ਨਿਮਰਤਾ ਦੀਆਂ ਦਾਤਾਂ ਬਖਸ਼ੀਆਂ। ਸਤਿਗੁਰੂ ਬਚਨ ਕਰਦੇ ਕਹਿਣ ਲੱਗੇ, ਇਹ ਸੁਭਾਵਿਕ ਹੀ ਹੈ ਕਿ ਮਾਇਆ ਧਨ ਵੇਖ ਕੇ ਬੰਦੇ ਦੇ ਮਨ ਵਿੱਚ ਹੰਕਾਰ ਆ ਜਾਂਦਾ ਹੈ। ਦੂਜੇ ਦੇ ਨਾਲ ਬੰਦਾ ਫਿਰ ਤੁਲਨਾ ਕਰਦਾ ਵੀ ਫਲਾਣੇ ਕੋਲ ਇੰਨਾ ਧਨ ਘੱਟ ਹੈ, ਮੇਰੇ ਕੋਲ ਇੰਨਾ ਬਹੁਤਾ ਹੈ। ਮੇਰੇ ਸਰੀਕੇ ਦੇ ਵਿੱਚ ਭਰਾ ਲੱਗਦੇ, ਜੋ ਰਿਸ਼ਤੇਦਾਰ ਲੱਗਦੇ, ਉਹ ਮੇਰੇ ਤੋਂ ਨੀਵੇਂ ਨੇ ਤੇ ਮੈਂ ਉਹਨਾਂ ਤੋਂ ਉੱਚਾ ਤੇ ਅਮੀਰ ਹਾਂ। ਫਿਰ ਆਪਣੀ ਅਮੀਰੀ ਵਿਖਾਉਣ ਵਾਸਤੇ ਫਿਰ ਉਹ ਵੱਡੇ ਵੱਡੇ ਕੰਮ ਵੀ ਕਰਦਾ ਹੈ। ਮਹਿੰਗੀਆਂ ਥਾਵਾਂ 'ਤੇ ਜਾਣਾ, ਮਹਿੰਗੀਆਂ ਗੱਡੀ ਵਿੱਚ ਜਾਂ ਵਹੀਕਲ ਦੇ ਉੱਪਰ ਜਾਣਾ, ਮਹਿੰਗਾ ਘਰ ਬਣਾਉਣਾ, ਤਾਂ ਕਿ ਪਤਾ ਲੱਗੇ ਵੀ ਮੈਂ ਇਹਨਾਂ ਸਾਰਿਆਂ ਤੋਂ ਵੱਧ ਧਨ ਵਾਲਾ ਹਾਂ ਤੇ ਇਹ ਮੇਰੇ ਤੋਂ ਘੱਟ ਧਨ ਵਾਲੇ ਗਰੀਬ ਨੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸੁਭਾਵਿਕ ਹੀ ਹੈ, ਦਰਬਵੰਤ ਦਰਬ ਦੇਖ ਗਰਬੈ। ਧਨ ਵਾਲਾ ਵਿਅਕਤੀ ਧਨ ਵੇਖ ਕੇ ਹੰਕਾਰੀ ਹੋ ਜਾਂਦਾ ਹੈ। ਭੂਮਵੰਤ ਅਭਿਮਾਨੀ, ਜਿਹੜਾ ਭੂਮੀ ਦਾ ਮਾਲਕ ਹੈ ਨਾ, ਧਰਤੀ ਦਾ ਮਾਲਕ ਜ਼ਿਮੀਂਦਾਰ, ਉਹ ਆਪਣੀ ਜ਼ਮੀਨ ਨੂੰ ਵੇਖ ਕੇ ਅਭਿਮਾਨੀ ਹੋ ਜਾਂਦਾ, ਹੰਕਾਰੀ ਹੋ ਜਾਂਦਾ ਕਿ ਮੇਰੇ ਵਰਗਾ ਕੋਈ ਨਹੀਂ ਹੈ। ਰਾਜਾ ਜਾਣੇ ਸਗਲ ਰਾਜ ਹਮਰਾ। ਰਾਜਾ ਹੈ ਨਾ ਦੇਸ਼ ਦਾ, ਪ੍ਰਾਂਤ ਦਾ, ਕਹਿਣ ਲੱਗੇ ਰਾਜੇ ਨੂੰ ਇਹ ਹੰਕਾਰ ਹੁੰਦਾ ਵੀ ਇਹ ਦੇਸ਼ ਮੇਰਾ ਹੀ ਹੈ, ਮੈਂ ਹੀ ਇੱਥੋਂ ਦਾ ਮਾਲਕ ਹਾਂ। ਇੱਥੇ ਹੀ ਬਸ ਨਹੀਂ, ਆਪਣੀਆਂ ਸਰਹੱਦਾਂ ਨੂੰ ਅੱਗੇ ਹੋਰ ਵਧਾਉਣ ਦਾ ਉਹ ਯਤਨ ਕਰਦਾ। ਮਹਾਰਾਜ ਕਹਿਣ ਲੱਗੇ, ਇਹ ਜਿਹੜਾ ਰਾਜਾ ਹੈ ਨਾ, ਉਹ ਵੀ ਆਪਣੇ ਰਾਜ ਨੂੰ ਆਪਣਾ ਸਮਝ ਕੇ ਤੇ ਮਾਣ ਕਰਦਾ ਵੀ ਮੇਰੇ ਵਰਗਾ ਉਪਜਾਊ ਇਲਾਕਾ, ਮੇਰੇ ਵਰਗਾ ਕਮਾਊ ਇਲਾਕਾ, ਮੇਰੇ ਵਰਗਾ ਰਾਜ ਕਿਸੇ ਕੋਲ ਨਹੀਂ ਹੈ। ਰਾਜੇ ਆਪਣੇ ਰਾਜ ਦਾ ਬਹੁਤਾ ਹੰਕਾਰ ਕਰਦੇ ਹਨ। ਤਿਉ ਹਰ ਜਨ ਟੇਕ ਸੁਆਮੀ। ਇਹ ਗੱਲ ਕਹਿ ਦਿੰਦੇ ਵੀ ਮੇਰੇ ਰਾਜ ਵਿੱਚ ਇਹ ਕੰਮ ਨਹੀਂ ਹੋ ਸਕਦਾ। ਜਿਵੇਂ ਆਪਾਂ ਇਤਿਹਾਸ ਵਿੱਚ ਇਹ ਸਾਖੀ ਕਈ ਵਾਰੀ ਸਰਵਣ ਕੀਤੀ ਹੈ। ਸਾਰਾ ਰਾਜ ਭਾਗ ਜਿੰਨਾ ਸੀ ਕੌਰਵਾਂ ਤੇ ਪਾਂਡਵਾਂ ਦਾ ਦੁਰਯੋਧਨ ਲੈ ਗਿਆ। ਇੱਕ ਜੂਆ ਨਾਮ ਦੀ ਖੇਡ ਖੇਡੀ ਹੈ, ਜੰਗ ਨਹੀਂ ਲੜਿਆ, ਜੰਗ ਲੜ ਕੇ ਜਿੱਤਿਆ ਨਹੀਂ ਰਾਜ, ਕੇਵਲ ਜੂਆ ਖੇਡ ਕੇ ਚਲਾਕੀ ਦੇ ਨਾਲ ਕੋਈ ਦਾ ਹੀ ਇਹੋ ਜਿਹਾ ਲਾਇਆ, ਪਾਂਡਵਾਂ ਦਾ ਰਾਜ ਵੀ ਖਿੱਚ ਕੇ ਲੈ ਗਿਆ ਆਪਣੇ ਵੱਲ ਤੇ ਸਾਰੇ ਰਾਜ ਭਾਗ ਦਾ ਮਾਲਕ ਬਣ ਗਿਆ। ਰਾਜ ਦਾ ਮਾਲਕ ਬਣ ਗਿਆ, ਮਨ ਵਿੱਚ ਹੰਕਾਰ ਆ ਗਿਆ। ਹੰਕਾਰ ਵੀ ਐਸਾ ਆਇਆ, ਉਸ ਵੇਲੇ ਦੇ ਅਵਤਾਰ ਸਨ ਗੁਰਮੁਖੋ ਭਗਵਾਨ ਕ੍ਰਿਸ਼ਨ ਜੀ, ਉਹ ਵਿਚੋਲੇ ਪੈ ਗਏ। ਕਹਿਣ ਲੱਗੇ ਚਲੋ ਠੀਕ ਹੈ, ਤੂੰ ਜਿਵੇਂ ਵੀ ਰਾਜ ਜਿੱਤ ਲਿਆ, ਰਾਜ ਤੇਰਾ ਹੈ, ਅਸੀਂ ਇਸ ਗੱਲ ਤੋਂ ਮੁੱਕਰਦੇ ਨਹੀਂ, ਪਰ ਅਸੀਂ ਕੇਵਲ ਤੈਨੂੰ ਇਹ ਗੱਲ ਕਹਿੰਦੇ ਆ ਕਿ ਤੂੰ 12 ਪਿੰਡ ਜਿਹੜੇ ਨੇ ਆਪਣੇ ਰਾਜ ਦੇ ਵਿੱਚੋਂ ਦੇ ਦੇ। ਰਾਜ ਵੇਖ ਤੇਰੇ ਕੋਲ ਕਿੱਡਾ ਵੱਡਾ, ਕਿੰਨੇ ਸੈਂਕੜੇ ਪਿੰਡ ਹੋਣਗੇ, ਕਿੰਨੀ ਉਪਜਾਊ ਧਰਤੀ ਮਿਲੀ ਹੈ, ਕਿੰਨੇ ਖਜ਼ਾਨੇ ਮਿਲ ਗਏ, ਸਾਰੇ ਹੀ ਤੇਰੇ ਹੋਏ। ਤੂੰ ਕੇਵਲ ਇੱਕ 12 ਪਿੰਡ ਜਿਹੜੇ ਨੇ ਉਹ ਲਿਖ ਕੇ ਆਪਣੇ ਦੂਜੇ ਭਰਾਵਾਂ ਨੂੰ ਦੇ ਦੇ। ਜਦੋਂ ਇਹ ਬਚਨ ਕੀਤਾ ਨਾ, ਸਮੇਂ ਦੇ ਅਵਤਾਰ ਨੇ ਵਿਚੋਲਾ ਪੈ ਕੇ ਵਿੱਚ ਕਹਿਣ ਲੱਗੇ, ਹੰਕਾਰ ਵਿੱਚ ਆ ਕੇ ਇਹ ਗੱਲ ਆਖੀ, ਕਹਿਣ ਲੱਗਾ 12 ਪਿੰਡ ਤੇ ਬੜੀ ਦੂਰ ਦੀ ਗੱਲ ਹੈ, ਮੈਂ ਸੂਈ ਦੇ ਨੱਕੇ ਜਿੰਨੀ ਵੀ ਜਗ੍ਹਾ ਨਹੀਂ ਦੇਵਾਂਗਾ। ਕਿਉਂਕਿ ਰਾਜਾ ਹੈ ਨਾ, ਹੰਕਾਰ ਹੈ ਵੀ ਮੈਂ ਮਾਲਕ ਹਾਂ, ਮੈਂ ਜੋ ਚਾਹਾਂ ਜੋ ਦੇਵਾਂ ਉਹੀ ਮਿਲੇਗਾ, ਮੇਰੇ ਬਿਨਾਂ ਨਾ ਕੋਈ ਦੇ ਸਕਦਾ, ਨਾ ਕਿਸੇ ਨੂੰ ਮਿਲ ਸਕਦਾ।
ਸਮੇਂ ਦੇ ਪੈਗੰਬਰ ਨੂੰ, ਸਮੇਂ ਦੇ ਅਵਤਾਰ ਨੂੰ ਇਹ ਗੱਲ ਕਹਿ ਕੇ ਜਵਾਬ ਦਿੱਤਾ ਵੀ ਸੂਈ ਦੇ ਨੱਕੇ ਜਿੰਨੀ ਜਗ੍ਹਾ ਨਹੀਂ ਦੇਵਾਂਗਾ, ਇਹ ਰਾਜ ਮੇਰਾ ਹੈ। ਮਹਾਰਾਜ ਕਹਿਣ ਲੱਗੇ ਰਾਜਾ ਜਾਣੈ ਸਗਲ ਰਾਜ ਹਮਰਾ। ਰਾਜਾ ਇਹ ਜਾਣਦਾ ਵੀ ਇਹ ਰਾਜ ਮੇਰਾ ਹੀ ਹੈ, ਜ਼ਮੀਨ ਮੇਰੀ ਹੈ, ਇਹ ਦੇਸ਼ ਮੇਰਾ ਹੀ ਹੈ। ਮੈਂ ਕਿਸੇ ਨੂੰ ਦੇਵਾਂਗਾ ਤੇ ਤਾਂ ਮਿਲੇਗਾ, ਨਹੀਂ ਦੇਵਾਂਗਾ ਤੇ ਨਹੀਂ ਮਿਲੇਗਾ। ਇਸ ਤਰ੍ਹਾਂ ਮਨ ਵਿੱਚ ਹੰਕਾਰ ਕਰਦਾ ਹੈ। ਤਿਉ ਹਰ ਜਨ ਟੇਕ ਸੁਆਮੀ। ਇਸੇ ਤਰ੍ਹਾਂ ਗੁਰਮੁਖੋ, ਰੱਬ ਦੇ ਜਿਹੜੇ ਭਗਤ ਨੇ, ਗੁਰਮੁਖ ਨੇ, ਗੁਰਸਿੱਖ ਨੇ, ਭਗਤ ਨੇ, ਉਹਨਾਂ ਨੂੰ ਪ੍ਰਮਾਤਮਾ ਦਾ ਆਸਰਾ ਹੈ। ਜਿਵੇਂ ਧਨ ਵਾਲਾ ਧਨ ਨੂੰ ਵੇਖ ਕੇ ਹੰਕਾਰੀ ਹੁੰਦਾ, ਹੰਕਾਰੀ ਉਹ ਤਾਂ ਹੁੰਦਾ ਕਿ ਉਹਨੂੰ ਪਤਾ ਵੀ ਇਹ ਧਨ ਔਖੇ ਵੇਲੇ ਮੇਰੀ ਮਦਦ ਕਰੇਗਾ, ਉਹਨੂੰ ਆਪਣੇ ਧਨ ਦਾ ਭਰੋਸਾ ਹੈ। ਜ਼ਮੀਨ ਦੇ ਮਾਲਕ ਨੂੰ ਆਪਣੀ ਜ਼ਮੀਨ 'ਤੇ ਭਰੋਸਾ ਵੀ ਕੱਲ੍ਹ ਨੂੰ ਮੈਨੂੰ ਲੋੜ ਪੈ ਗਈ, ਇਹ ਜ਼ਮੀਨ ਦੇ ਉੱਪਰ ਮੈਂ ਕਰਜ਼ਾ ਵੀ ਲੈ ਸਕਦਾ, ਮੈਂ ਇਹਨੂੰ ਵੇਚ ਵੀ ਸਕਦਾ, ਇਹ ਜ਼ਮੀਨ ਔਖੇ ਵੇਲੇ ਮੇਰੇ ਕੰਮ ਆ ਜਾਏਗੀ ਔਰ ਇਹ ਜ਼ਮੀਨ ਮੇਰੀ ਸੇਵਾ ਕਰਵਾਵੇਗੀ ਧੀਆਂ ਪੁੱਤਰਾਂ ਤੋਂ। ਜ਼ਿਮੀਂਦਾਰ ਨੂੰ ਧਰਤੀ ਦਾ ਆਸਰਾ ਹੈ। ਰਾਜੇ ਨੂੰ ਆਪਣੇ ਰਾਜ ਦਾ ਆਸਰਾ ਵੀ ਮੈਂ ਰਾਜ ਦਾ ਮਾਲਕ ਹਾਂ ਅਤੇ ਮੈਂ ਇਹਦੀ ਆਮਦਨ ਦੇ ਨਾਲ ਆਪਣੇ ਗੁਜ਼ਾਰੇ ਕਰਨੇ, ਜਿੰਨਾ ਚਿਰ ਮੈਂ ਰਾਜਾ ਮੈਨੂੰ ਠਾਠ ਬਾਠ ਮਿਲਦੇ ਰਹਿਣੇ। ਸਤਿਗੁਰੂ ਕਹਿਣ ਲੱਗੇ ਦੁਨੀਆ ਦੀ ਉਦਾਹਰਣ ਹੈ, ਅਸਲ ਵਿੱਚ ਬਚਨ ਇਹ ਹੈ ਤਿਉ ਹਰ ਜਨ ਟੇਕ ਸੁਆਮੀ। ਜਿਹੜਾ ਸੁਆਮੀ ਪਰਮਾਤਮਾ ਹੈ ਉਹਦੀ ਟੇਕ ਦੇ ਵਿੱਚ ਹਰੀ ਦੇ ਜਨ ਰਹਿੰਦੇ ਨੇ। ਭਗਤਾਂ ਨੂੰ ਪਰਮਾਤਮਾ ਦਾ ਆਸਰਾ ਹੈ। ਧਨ ਵਾਲੇ ਨੂੰ ਧਨ ਦਾ, ਜ਼ਮੀਨ ਵਾਲੇ ਨੂੰ ਜ਼ਮੀਨ ਦਾ, ਰਾਜ ਵਾਲੇ ਨੂੰ ਰਾਜ ਦਾ ਆਸਰਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਰੱਬ ਦੇ ਭਗਤ ਨੂੰ ਰੱਬ ਦਾ ਆਸਰਾ ਹੈ। ਉਹ ਉਹਦੇ ਭਰੋਸੇ ਦੇ ਵਿੱਚ ਰਹਿੰਦਾ ਹੈ ਕਿਉਂਕਿ ਉਹਦੇ ਬਲ ਦੇ ਨਾਲ ਹੀ ਉਹ ਵਿਚਰਦਾ ਹੈ। ਜੇ ਕੋ ਆਪਣੀ ਓਟ ਸਮਾਰਾ। ਪਾਤਸ਼ਾਹ ਕਹਿਣ ਲੱਗੇ ਜਿਹੜਾ ਕੋਈ ਵਿਅਕਤੀ ਆਪਣੀ ਓਟ ਵਿੱਚ ਆਏ ਹੋਏ ਪੁਰਸ਼ ਦੀ ਰੱਖਿਆ ਕਰਦਾ ਹੈ, ਜਿਵੇਂ ਕਿਸੇ ਰਾਜੇ ਨੇ ਦੁੱਖ ਦਿੱਤਾ, ਕਿਸੇ ਪਿੰਡ ਦੇ ਚੌਧਰੀ ਨੇ ਦੁੱਖ ਦੇ ਦਿੱਤਾ, ਬੰਦਾ ਇੱਕ ਪਿੰਡ ਛੱਡ ਕੇ ਦੂਜੇ ਪਿੰਡ ਚਲੇ ਜਾਂਦਾ, ਦੂਜੇ ਤੋਂ ਤੀਜੇ ਪਿੰਡ ਚਲੇ ਜਾਂਦਾ ਹੈ। ਜਾਂ ਇੱਕ ਰਾਜੇ ਨੇ ਦੁੱਖ ਦਿੱਤਾ, ਉਹ ਰਾਜ ਛੱਡ ਕੇ ਦੂਜੇ ਰਾਜ ਵਿੱਚ ਚਲਾ ਗਿਆ, ਸ਼ਰਨਾਰਥੀ ਬਣ ਗਿਆ ਜਾ ਕੇ। ਕਹਿਣ ਲੱਗੇ ਜਦੋਂ ਕਿਸੇ 'ਤੇ ਕੋਈ ਬਿਪਤਾ ਪੈਂਦੀ ਹੈ ਨਾ, ਉਹ ਫਿਰ ਕਿਸੇ ਵੱਡੇ ਵਿਅਕਤੀ ਦੀ ਸ਼ਰਨ ਵਿੱਚ ਚਲੇ ਜਾਂਦਾ ਵੀ ਇਹ ਮੇਰੀ ਹੁਣ ਮਦਦ ਕਰੇਗਾ। ਅਤੇ ਪਾਤਸ਼ਾਹ ਕਹਿਣ ਲੱਗੇ ਜਦੋਂ ਐਸਾ ਲੋੜਵੰਦ ਵਿਅਕਤੀ ਕਿਸੇ ਅਮੀਰ ਆਦਮੀ ਕੋਲ ਜਾਂਦਾ ਹੈ, ਜੇ ਕੋਈ ਆਪਣੀ ਓਟ ਸੰਭਾਲੇ ਅਤੇ ਫਿਰ ਜਿਹੜਾ ਵੀ ਅਮੀਰ ਵਿਅਕਤੀ ਜਿਸ ਦੀ ਸ਼ਰਨ ਵਿੱਚ ਉਹ ਗਰੀਬ ਗਿਆ ਹੋਇਆ ਹੈ, ਉਹ ਫਿਰ ਆਪਣੀ ਸ਼ਰਨ ਵਿੱਚ ਆਏ ਦੀ ਰੱਖਿਆ ਕਰਦਾ ਹੈ ਵੀ ਇਹ ਮੇਰੇ ਕੋਲ ਆਇਆ, ਇਹਦੀ ਰੱਖਿਆ ਹੁਣ ਮੈਂ ਕਰਨੀ ਹੈ। ਕਹਿਣ ਲੱਗੇ ਵੀ ਇਸ ਤਰ੍ਹਾਂ ਬਲ ਵਾਲਾ ਵਿਅਕਤੀ ਆਪਣੀ ਸ਼ਰਨ ਵਿੱਚ ਆਏ ਵਿਅਕਤੀ ਦੀ ਰੱਖਿਆ ਕਰਦਾ ਹੈ, ਫਿਰ ਬਖਸ਼ਦੇ ਹਨ। ਜੇ ਕੋ ਆਪਣੀ ਓਟ ਸਮਾਰਾ। ਇਸ ਤਰ੍ਹਾਂ ਕਹਿ ਲਈਏ ਜਦੋਂ ਕੋਈ ਵਿਅਕਤੀ ਕਿਸੇ ਦੀ ਓਟ ਲੈ ਲੈਂਦਾ ਨਾ, ਤੇ ਫਿਰ ਉਹ ਆਪਣਾ ਬਲ ਇਕੱਠਾ ਕਰਦਾ ਵੀ ਇਹ ਹੁਣ ਮੇਰੀ ਸ਼ਰਨ ਵਿੱਚ ਆ ਗਿਆ, ਇਹਦੇ ਮਗਰ ਹੁਣ ਦੁਨੀਆ ਮੇਰੀ ਵੈਰੀ ਬਣ ਜਾਏਗੀ ਅਤੇ ਮੈਨੂੰ ਹੁਣ ਆਪਣੀ ਤਾਕਤ ਇਕੱਠੀ ਕਰਨੀ ਚਾਹੀਦੀ ਹੈ। ਉਹ ਫਿਰ ਆਪਣੀ ਤਾਕਤ ਇਕੱਠੀ ਕਰਦਾ ਹੈ ਕਿ ਇਸ ਤੋਂ ਪਹਿਲਾਂ ਕਿ ਦੁਨੀਆ ਜਾਂ ਇਹਦੇ ਨਾਲ ਦੇ ਲੋਕ ਬਹੁਤਾ ਵਿਰੋਧ ਕਰਨ ਅਤੇ ਮੈਨੂੰ ਦੁੱਖ ਪਹੁੰਚਾਉਣ, ਮੈਨੂੰ ਆਪਣੀ ਤਾਕਤ ਪਹਿਲਾਂ ਇਕੱਠੀ ਕਰਕੇ ਆਉਣ ਵਾਲੇ ਸਮੇਂ ਤੋਂ ਪਹਿਲਾਂ ਹੀ ਇੰਤਜ਼ਾਮ ਕਰਨਾ ਚਾਹੀਦਾ। ਕਹਿਣ ਲੱਗੇ ਜਦੋਂ ਕੋਈ ਸ਼ਰਨ ਵਿੱਚ ਆਉਂਦਾ ਹੈ ਅਤੇ ਸ਼ਰਨ ਆਏ ਦੀ ਰੱਖਿਆ ਕਰਨ ਵਾਸਤੇ ਕੋਈ ਵਿਅਕਤੀ ਆਪਣੀ ਓਟ ਨੂੰ, ਆਪਣੇ ਬਲ ਨੂੰ ਇਕੱਠਾ ਕਰਦਾ ਅਤੇ ਜਿੰਨਾ ਚਿਰ ਉਹ ਜਿਉਂਦਾ ਰਹਿੰਦਾ ਉਹਨਾਂ ਚਿਰ ਸ਼ਰਨ ਆਏ ਨੂੰ ਕੁਝ ਨਹੀਂ ਹੋਣ ਦਿੰਦਾ। ਮਰ ਜਾਵੇ ਤੇ ਬਾਅਦ ਵਿੱਚ ਜੋ ਮਰਜ਼ੀ ਹੁੰਦਾ ਰਵੇ, ਪਰ ਜਿੰਨਾ ਚਿਰ ਉਹ ਜਿਉਂਦਾ ਹੈ ਨਾ, ਜਿਹਦੀ ਸ਼ਰਨ ਵਿੱਚ ਆ ਗਿਆ, ਉਹ ਜਿਉਣ ਵਾਲਾ ਵਿਅਕਤੀ ਆਪਣੀ ਸ਼ਰਨ ਵਿੱਚ ਆਏ ਨੂੰ ਕਿਸੇ ਦੂਸਰੇ ਕੋਲੋਂ ਦੁੱਖ ਨਹੀਂ ਦੇਣ ਦਿੰਦਾ, ਆਪ ਅੱਗੇ ਹੋ ਕੇ ਉਹਦੇ ਦੁੱਖਾਂ ਨੂੰ ਦੂਰ ਕਰਦਾ, ਉਹਦੀ ਮਦਦ ਕਰਦਾ ਹੈ। ਜੈਸਾ ਬਿੱਤ ਤੈਸਾ ਹੋਏ ਵਰਤੈ। ਤੋਂ ਗੁਰਮੁਖੋ ਭਾਵ ਹੁੰਦਾ ਬਲ। ਜਿੰਨਾ ਕੁ ਬੰਦੇ ਵਿੱਚ ਬਲ ਹੋਵੇ ਨਾ, ਤਾਕਤ ਹੋਵੇ, ਬੰਦਾ ਉਸ ਮੁਤਾਬਕ ਫਿਰ ਸ਼ਰਨ ਆਏ ਦੇ ਨਾਲ ਵਰਤਦਾ ਹੈ। ਜੇ ਤੇ ਤਾਕਤ ਬਹੁਤੀ ਹੈ ਤੇ ਫਿਰ ਤੇ ਬੰਦਾ ਖੁੱਲ੍ਹਾ ਸ਼ਰੇਆਮ ਹੀ ਕਹਿ ਦਿੰਦਾ ਵੀ ਜਾਓ ਤੁਸੀਂ ਜੋ ਕਰਨਾ ਕਰ ਲਵੋ, ਮੈਂ ਇਹਦੇ ਨਾਲ ਹਾਂ, ਮੈਂ ਇਹਨੂੰ ਕੁਝ ਨਹੀਂ ਹੋਣ ਦੇਵਾਂਗਾ, ਕਿਉਂਕਿ ਉਹਨੂੰ ਪਤਾ ਮੈਂ ਸਾਰਿਆਂ ਤੋਂ ਤਗੜਾ ਹਾਂ। ਜੇ ਬਲ ਹੋਵੇ ਘੱਟ ਤੇ ਫਿਰ ਵਿਅਕਤੀ ਵਿੱਚ ਬੰਦੇ ਪਾ ਕੇ ਤੇ ਗੱਲ ਨੂੰ ਰਫਾ ਦਫਾ ਕਰ ਦਿੰਦਾ ਵੀ ਇਹਨੂੰ ਭਾਈ ਕੁਝ ਨਾ ਕਿਉਂ, ਇਹਨੇ ਹੁਣ ਮੈਨੂੰ ਵਿੱਚ ਵਿਚੋਲਾ ਪਾ ਲਿਆ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੈਸਾ ਬਿੱਤ ਤੈਸਾ ਹੋਏ ਵਰਤੈ। ਜਿੰਨਾ ਕਿਸੇ ਵਿੱਚ ਬਲ ਹੁੰਦਾ, ਤਾਕਤ ਹੁੰਦੀ ਹੈ,
ਉਹ ਓਨਾ ਹੀ ਆਪਣੀ ਬਲ ਦਾ ਪ੍ਰਦਰਸ਼ਨ ਕਰ ਸਕਦਾ ਹੈ। ਔਰੰਗਜ਼ੇਬ ਦੀ ਫੌਜ ਦੇ ਵਿੱਚ 500 ਪਠਾਨ ਰਹਿੰਦਾ। ਕਿਸੇ ਵੇਲੇ ਇਹਨਾਂ ਪਠਾਨਾਂ ਨੇ ਕੋਈ ਗਲਤੀ ਇਹੋ ਜਿਹੀ ਭਾਰੀ ਕਰ ਦਿੱਤੀ, ਬਾਦਸ਼ਾਹ ਔਰੰਗਜ਼ੇਬ ਨੇ ਜਾਨੋਂ ਤਾਂ ਨਹੀਂ ਮਾਰਿਆ ਪਰ ਆਪਣੀ ਫੌਜ ਵਿੱਚੋਂ ਕੱਢ ਦਿੱਤਾ। ਨਾਲ ਹੀ ਹੁਕਮ ਕਰ ਦਿੱਤਾ, ਢੰਡੋਰਾ ਲਾ ਦਿੱਤਾ ਵੀ ਜਿਹੜਾ ਵੀ ਇਹਨਾਂ ਨੂੰ ਆਪਣੀ ਫੌਜ ਵਿੱਚ ਰੱਖੇਗਾ ਮੈਂ ਉਹਨੂੰ ਆਪਣਾ ਵੈਰੀ ਸਮਝਾਂਗਾ। ਹੁਣ ਔਰੰਗਜ਼ੇਬ ਦਾ ਬਲ ਬੜਾ, ਤਾਕਤ ਬੜੀ, ਨਾਮ ਬੜਾ ਵੱਡਾ, ਹਿੰਦੁਸਤਾਨ ਦਾ ਬਾਦਸ਼ਾਹ। ਇਹ ਪਠਾਨ ਵਿਚਾਰੇ ਜਿੱਥੇ ਵੀ ਜਾਣ, ਕਿਸੇ ਰਾਜੇ ਅੱਗੇ ਜਾ ਕੇ ਤਰਲਾ ਕਰਨ ਵੀ ਸਾਨੂੰ ਫੌਜ ਵਿੱਚ ਰੱਖ ਲਾ, ਉਹ ਆਖੇ ਫੌਜ ਵਿੱਚ ਤੇ ਮੈਂ ਰੱਖ ਲਵਾਂ ਪਰ ਔਰੰਗਜ਼ੇਬ ਦਾ ਹੁਕਮ ਹੈ ਵੀ ਜਿਹੜਾ ਰੱਖੇਗਾ ਔਰੰਗਜ਼ੇਬ ਉਹਦੇ ਨਾਲ ਵੈਰ ਕਰੇਗਾ। ਮੈਂ ਔਰੰਗਜ਼ੇਬ ਨਾਲ ਵੈਰ ਨਹੀਂ ਪਾ ਸਕਦਾ, ਮੇਰੇ ਵਿੱਚ ਇੰਨੀ ਤਾਕਤ ਨਹੀਂ, ਤੁਸੀਂ ਕਿਸੇ ਹੋਰ ਰਾਜੇ ਕੋਲ ਚਲੇ ਜਾਓ। ਇਹ ਜਿਹੜੇ ਪਠਾਨ ਨੇ ਕਈ ਰਾਜਿਆਂ ਕੋਲ ਗਏ, ਮਿੰਨਤਾਂ ਕੀਤੀਆਂ ਸਾਨੂੰ ਫੌਜ ਵਿੱਚ ਭਰਤੀ ਕਰ ਲਵੋ, ਪਰ ਸਾਰੇ ਔਰੰਗਜ਼ੇਬ ਤੋਂ ਡਰਦੇ ਕੋਈ ਵੀ ਫੌਜ ਵਿੱਚ ਭਰਤੀ ਨਹੀਂ ਕਰਦਾ। ਤੇ ਚਲਦਿਆਂ ਚਲਦਿਆਂ ਨਾ ਗੁਰਮੁਖੋ ਇਹ ਸਢੌਰੇ ਨਗਰ ਦੇ ਨੇੜੇ ਪਹੁੰਚ ਗਏ। ਸਢੌਰਾ ਨਗਰ ਪੀਰ ਬੁੱਧੂ ਸ਼ਾਹ ਦਾ ਨਗਰ ਹੈ। ਸੋ ਕਹਿਣ ਲੱਗੇ ਵੀ ਜਦੋਂ ਪਹੁੰਚੇ ਤੇ ਉੱਥੇ ਇਹਨਾਂ ਨੂੰ ਪਤਾ ਲੱਗਿਆ ਵੀ ਇੱਥੇ ਬੜੇ ਭਾਰੀ ਇੱਕ ਪੀਰ ਰਹਿੰਦੇ ਨੇ। ਤੇ ਪੀਰ ਬੁੱਧੂ ਸ਼ਾਹ ਦੀ ਸ਼ਰਨ ਵਿੱਚ ਜਾ ਕੇ ਇਹਨਾਂ ਨੇ ਨਮਸਕਾਰ ਕੀਤੀ, ਸਜਦਾ ਕੀਤਾ, ਬੇਨਤੀ ਕੀਤੀ। ਕਹਿਣ ਲੱਗੇ ਪੀਰ ਜੀ ਸਾਡੇ ਕੋਲ ਜੰਗ ਲੜਨ ਦੀ ਸਮਰੱਥਾ ਤੇ ਬੜੀ ਹੈ, ਅਸੀਂ ਹਥਿਆਰ ਚਲਾਉਣੇ ਜਾਣਦੇ ਹਾਂ, ਜੰਗ ਲੜਨਾ ਵੀ ਜਾਣਦੇ ਹਾਂ, ਪਰ ਸਾਨੂੰ ਔਰੰਗਜ਼ੇਬ ਨੇ ਆਪਣੀ ਫੌਜ ਵਿੱਚੋਂ ਕੱਢਿਆ ਤੇ ਕੋਈ ਵੀ ਰਾਜਾ ਸਾਨੂੰ ਆਪਣੀ ਫੌਜ ਵਿੱਚ ਰੱਖਣਾ ਨਹੀਂ ਚਾਹੁੰਦਾ। ਤੇ ਅਸੀਂ ਹੁਣ ਖਾਣ ਪੀਣ ਦੇ ਵੀ ਮੁਹਤਾਜ ਹੋ ਗਏ ਹਾਂ। ਸਾਡੇ ਘਰ ਦੇ ਵਿੱਚ ਬੱਚਿਆਂ ਦੇ ਮੂੰਹ ਦੇ ਵਿੱਚ ਪਾਉਣ ਵਾਸਤੇ ਅੰਨ ਦਾਣਾ ਵੀ ਨਹੀਂ ਹੈ, ਸਾਡੇ ਕੋਲ ਪੈਸਾ ਨਹੀਂ ਹੈ, ਜੋ ਅਸੀਂ ਕਮਾਇਆ ਸੀ ਸਭ ਖਰਚ ਬੈਠੇ ਹਾਂ। ਤੁਸੀਂ ਕਿਰਪਾ ਕਰੋ, ਕਿਸੇ ਨੂੰ ਕਹਿ ਕੇ ਸਾਡੀ ਨੌਕਰੀ ਲਵਾ ਦਿਓ। ਜੇ ਨੌਕਰੀ ਨਾ ਲੱਗੀ ਤੇ ਫਿਰ ਸਾਨੂੰ ਆਪਣੇ ਹਥਿਆਰ ਜਿਹੜੇ ਸਾਡੇ ਕੋਲ ਨੇ, ਕਿਸੇ ਕੋਲ ਬੰਦੂਕ ਹੈ, ਕਿਸੇ ਕੋਲ ਤਲਵਾਰ ਹੈ, ਕਿਸੇ ਕੋਲ ਕੋਈ ਤੀਰ ਕਮਾਨ ਹੈ, ਇਹ ਸਾਨੂੰ ਵੇਚਣੇ ਪੈਣਗੇ। ਵੇਚ ਕੇ ਜਿਹੜਾ ਸਾਨੂੰ ਪੈਸਾ 2 ਪੈਸੇ ਧਨ ਮਿਲੇਗਾ ਉਹਦੇ ਨਾਲ ਫਿਰ ਅਸੀਂ ਮਾੜਾ ਮੋਟਾ ਆਪਣਾ ਗੁਜ਼ਾਰਾ ਕਰਾਂਗੇ ਔਰ ਅਸੀਂ ਆਪਣੇ ਪਿੰਡ ਜਾ ਕੇ ਫਿਰ ਹਲ ਚਲਾਵਾਂਗੇ। ਮਾੜੀ ਮੋਟੀ ਜ਼ਮੀਨ ਜਿਹੜੀ ਸਾਡੇ ਕੋਲ ਹੈ ਉਹ ਵਾਹ ਬੀਜ ਕੇ ਅਸੀਂ ਆਪਣਾ ਗੁਜ਼ਾਰਾ ਕਰਾਂਗੇ। ਸਾਨੂੰ ਆਪਣੀ ਫੌਜ ਵਿੱਚ ਕੋਈ ਨਹੀਂ ਰੱਖਦਾ ਹੈ, ਤੁਸੀਂ ਸ਼ਰਨ ਆਇਆਂ ਦੀ ਮਦਦ ਕਰੋ। ਪੀਰ ਬੁੱਧੂ ਸ਼ਾਹ ਨੇ ਸੁਣੇ ਬਚਨ ਵੀ ਕੋਈ ਰਾਜਾ ਤੇ ਇਹਨਾਂ ਨੂੰ ਰੱਖੇਗਾ ਨਹੀਂ। 500 ਪਠਾਨ ਨੂੰ ਨਾਲ ਲੈ ਕੇ ਪੀਰ ਬੁੱਧੂ ਸ਼ਾਹ ਜੀ ਸਢੌਰੇ ਤੋਂ ਚੱਲੇ। ਪੌਂਟਾ ਸਾਹਿਬ ਦੀ ਧਰਤੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਬੈਠੇ ਹੋਏ। ਆ ਕੇ ਪੀਰ ਜੀਆਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਇਹ ਪਠਾਨ ਬੜੇ ਸੂਰਮੇ ਨੇ, ਬੜਾ ਜੰਗ ਕਰਨਾ ਜਾਣਦੇ, ਪਰ ਔਰੰਗਜ਼ੇਬ ਦੇ ਡਰ ਕਰਕੇ ਕੋਈ ਫੌਜ ਵਿੱਚ ਰੱਖਦਾ ਨਹੀਂ ਹੈ, ਆਪ ਜੀ ਕਿਰਪਾ ਕਰੋ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀਆਂ ਨੇ ਪੀਰ ਜੀ ਦੀ ਸੁਣ ਕੇ ਬੇਨਤੀ, ਕਹਿਣ ਲੱਗੇ ਜੇ ਤੁਸੀਂ ਕਹਿੰਦੇ ਹੋ ਤੇ ਅਸੀਂ ਇਹਨਾਂ ਨੂੰ ਰੱਖ ਲੈਂਦੇ ਹਾਂ। ਸਤਿਗੁਰਾਂ ਨੇ 500 ਪਠਾਨ ਨੂੰ ਨੌਕਰੀ ਜਿਹੜੀ ਆਪਣੇ ਕੋਲ ਦਿੱਤੀ। ਉਹਨਾਂ ਦੇ ਜਿਹੜੇ ਸਰਦਾਰ ਸਨ ਉਹਨਾਂ ਦੀਆਂ ਵੱਖਰੀਆਂ ਤਨਖਾਹਾਂ ਜਿਹੜੀਆਂ ਸਨ ਉਹ ਲਾ ਦਿੱਤੀਆਂ, ਜਿਹੜੇ ਸਿਪਾਹੀ ਸਨ ਉਹਨਾਂ ਦੀਆਂ ਵੱਖਰੀਆਂ ਤਨਖਾਹਾਂ ਲਾਈਆਂ। ਉਸ ਵੇਲੇ ਮਹਾਰਾਜ ਨੇ ਐਲਾਨ ਵੀ ਕੀਤਾ, ਕਹਿਣ ਲੱਗੇ ਸਾਨੂੰ ਔਰੰਗਜ਼ੇਬ ਦਾ ਕੋਈ ਡਰ ਨਹੀਂ ਹੈ। ਔਰੰਗਜ਼ੇਬ ਸਾਡਾ ਵੈਰੀ ਬਣਦਾ ਤੇ ਬਣ ਜਾਵੇ, ਦੁਸ਼ਮਣੀ ਕਰਨੀ ਚਾਹੁੰਦਾ ਤੇ ਕਰ ਲਵੇ, ਪਰ ਸਾਨੂੰ ਔਰੰਗਜ਼ੇਬ ਦਾ ਡਰ ਕੋਈ ਨਹੀਂ ਹੈ। ਇਹ ਗੁਰੂ ਦੀ ਸ਼ਰਨ ਵਿੱਚ ਆਏ ਨੇ, ਗੁਰੂ ਨਾਨਕ ਦੇ ਘਰ ਦਾ ਆਸਰਾ ਲੈ ਕੇ ਅਸੀਂ ਇਹਨਾਂ ਨੂੰ ਆਪਣੇ ਕੋਲ ਰੱਖਾਂਗੇ। ਇਸ ਤਰ੍ਹਾਂ ਮਹਾਰਾਜ ਜੀਆਂ ਨੇ ਉਹ 500 ਪਠਾਨ ਜਿਹੜੇ ਸਨ ਔਰੰਗਜ਼ੇਬ ਦਾ ਕੋਈ ਭੈ ਕੋਈ ਡਰ ਨਾ ਰੱਖਦਿਆਂ ਹੋਇਆਂ ਆਪਣੀ ਫੌਜ ਦੇ ਵਿੱਚ ਮਹਾਰਾਜ ਨੇ ਭਰਤੀ ਕਰ ਲੈ। ਮਹਾਰਾਜ ਜੀਆਂ ਦੇ ਕੋਲ ਰਹਿੰਦੇ, ਪਰ ਗੁਰਮੁਖੋ ਇਹ ਪਠਾਨ ਹੈ ਦਗਾਬਾਜ਼, ਧੋਖਾ ਕਰਨ ਵਾਲੇ। ਜਦੋਂ ਮਹਾਰਾਜ ਦਾ ਪਹਾੜੀਆਂ ਨਾਲ ਜੰਗ ਹੋਣ ਲੱਗਾ ਇਹ ਸਾਰੇ ਛੱਡ ਕੇ ਮਹਾਰਾਜ ਨੂੰ ਦੌੜ ਗਏ। ਇਕੱਲਾ ਦੌੜੇ ਹੀ ਨਹੀਂ, ਸਗੋਂ ਦੁਸ਼ਮਣਾਂ ਨਾਲ ਜਾ ਕੇ ਮਿਲ ਗਏ। ਜਿਹੜੇ ਪਹਾੜੀ ਰਾਜੇ ਮਹਾਰਾਜ ਤੇ ਹਮਲਾ ਕਰਨ ਆ ਰਹੇ ਇਹ ਉਹਨਾਂ ਦੇ ਨਾਲ ਜਾ ਕੇ ਮਿਲ ਗਏ ਔਰ ਮਹਾਰਾਜ ਦੇ ਘਰ ਦਾ ਸਾਰਾ ਭੇਦ ਇਹਨਾਂ ਨੇ ਜਾ ਕੇ ਦੱਸ ਦਿੱਤਾ ਵੀ ਸਤਿਗੁਰੂ ਪਾਤਸ਼ਾਹ ਕੋਲ ਇੰਨੀ ਫੌਜ ਹੈ, ਇੰਨਾ ਖਜ਼ਾਨਾ ਹੈ, ਇੰਨੇ ਬੰਦੇ ਲੜਨ ਵਾਲੇ। ਸੋ ਐਸੇ ਦਗਾਬਾਜ਼ ਨਿਕਲੇ। ਭਾਵੇਂ ਇਹਨਾਂ ਨੇ ਦਗਾ ਕੀਤਾ, ਪਰ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਔਰੰਗਜ਼ੇਬ ਦਾ ਨਾ ਕੋਈ ਡਰ ਮੰਨਦਿਆਂ ਹੋਇਆਂ ਇਹਨਾਂ ਨੂੰ ਆਪਣੀ ਫੌਜ ਵਿੱਚ ਰੱਖਿਆ। ਮਹਾਰਾਜ ਕਹਿਣ ਲੱਗੇ ਜੈਸਾ ਬਿੱਤ ਤੈਸਾ ਹੋਏ ਵਰਤੈ। ਜਿੰਨਾ ਕਿਸੇ ਵਿੱਚ ਬਲ ਹੁੰਦਾ ਹੈ ਉਹ ਆਪਣੇ ਬਲ ਮੁਤਾਬਕ ਵਰਤਦਾ ਹੈ, ਜਿੰਨਾ ਕੋਈ ਜ਼ੋਰ ਹੁੰਦਾ
ਸੋ ਉਹ ਆਪਣੇ ਬਲ ਮੁਤਾਬਕ ਉਹੋ ਜਿਹਾ ਕੰਮ ਕਰਦਾ ਹੈ। ਆਪਣਾ ਬਲ ਨਹੀਂ ਪਰ ਹਾਰਾ, ਆਪਣੇ ਸ਼ਰਨ ਆਏ ਦੀ ਰੱਖਿਆ ਕਰਨ ਤੋਂ ਹਾਰਦਾ ਨਹੀਂ, ਪਿੱਛੇ ਨਹੀਂ ਹਟਦਾ। ਇਹ ਪਠਾਣਾਂ ਨੂੰ ਰੱਖਦਾ ਕੋਈ ਨਹੀਂ ਹੈ, ਪਰ ਮਹਾਰਾਜ ਨੇ ਆਪਣੇ ਕੋਲ ਰੱਖ ਕੇ ਇਹਨਾਂ ਦਾ ਆਸਰਾ ਬਣੇ। ਕਹਿਣ ਲੱਗੇ ਵੀ ਇਸ ਤਰ੍ਹਾਂ ਸਤਿਗੁਰੂ ਤੇ ਆਪਣਾ ਬਲ ਨਹੀਂ ਹਾਰਦੇ, ਸ਼ਰਨ ਆਏ ਦੀ ਰੱਖਿਆ ਕਰਦੇ। ਜਾਂ ਆਮ ਕੋਈ ਵਿਅਕਤੀ ਜਿਹੜਾ ਹੈ ਉਹਦੀ ਵੀ ਸ਼ਰਨ ਵਿੱਚ ਚਲੇ ਜਾਈਏ ਤੇ ਉਹ ਵੀ ਰੱਖਿਆ ਕਰਦਾ ਹੈ। ਵੀ ਲੋਕ ਕੀ ਕਹਿਣਗੇ ਵੀ ਪਹਿਲਾਂ ਸ਼ਰਨ ਵਿੱਚ ਰੱਖਿਆ ਤੇ ਹੁਣ ਦਗਾ ਦਿੱਤਾ ਹੈ। ਉਹ ਵਿਅਕਤੀ ਜਿੰਨਾ ਚਿਰ ਜਿਉਂਦਾ ਹੈ ਨਾ ਉਹਨਾਂ ਚਿਰ ਰੱਖਿਆ ਕਰਦਾ। ਕਹਿਣ ਲੱਗੇ ਇਸੇ ਤਰ੍ਹਾਂ ਭਾਈ ਪਰਮਾਤਮਾ ਤੇ ਸਦਾ ਹੀ ਰਹਿਣ ਵਾਲਾ ਨਾ, ਜੁਗੋ ਜੁਗ ਅਟਲ ਹੈ। ਜਿਹੜਾ ਉਹਦੀ ਸ਼ਰਨ ਵਿੱਚ ਚਲੇ ਜਾਂਦਾ ਹੈ, ਪਰਮਾਤਮਾ ਉਹਦੀ ਸਦਾ ਰੱਖਿਆ ਕਰਦਾ ਹੈ। ਰਹਾਉ ਆਨ ਤਿਆਗ ਭੈ ਕਾਸਰ, ਸਰਨ ਸਰਨ ਕਰ ਆਏ। ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ, ਮਹਾਰਾਜ ਆਣ ਤਿਆਗ, ਹੋਰਾਂ ਦੀ ਆਣ ਕਹੀਏ ਆਸ ਛੱਡ ਕੇ ਤੁਹਾਡੀ ਸ਼ਰਨ ਵਿੱਚ ਆਏ ਆ। ਆਣ ਤਿਆਗ, ਆਣ ਤੋਂ ਭਾਵ ਹੋਰਾਂ ਨੂੰ ਤਿਆਗ ਕੇ, ਦੂਜਿਆਂ ਨੂੰ ਛੱਡ ਕੇ। ਪਤਾ ਹੈ ਵੀ ਇਹ ਵੀ ਨਹੀਂ ਰੱਖਿਆ ਕਰ ਪਾਏਗਾ, ਇਹ ਵੀ ਨਹੀਂ ਬਚਾ ਪਾਏਗਾ। ਬਾਦਸ਼ਾਹ ਜਹਾਂਗੀਰ ਇਹ ਗੱਲ ਕਹਿੰਦਾ ਕਿਸੇ ਗਰੀਬ ਵਿਅਕਤੀ ਨੂੰ, ਤੂੰ ਧਨ ਲੈ ਲਾ ਮੇਰੇ ਕੋਲੋਂ, ਪਿੰਡ ਲੈ ਲਾ ਜਿੰਨੇ ਚਾਹੀਦੇ, ਨੌਕਰੀ ਵੀ ਦੇ ਸਕਦਾ ਹਾਂ, ਤੇਰੀ ਐਸ ਲੋਕ ਦੀ ਗਰੀਬੀ ਖਤਮ ਕਰ ਦਿਆਂਗਾ। ਪਰ ਜੇ ਤੂੰ ਕਵੇਂ ਪਰਲੋਕ ਦਾ ਸੁੱਖ, ਉਹ ਨਹੀਂ ਮੈਂ ਦੇ ਸਕਦਾ। ਸੋ ਵੱਡੇ ਵੱਡੇ ਬਾਦਸ਼ਾਹ ਜਿਹੜੇ ਨੇ ਉਹ ਵੀ ਇਹ ਨਹੀਂ ਦੇ ਸਕਦੇ। ਤੇ ਉਹ ਗਰੀਬ ਜਿਹੜਾ ਨਾ ਛੱਡ ਕੇ ਜਹਾਂਗੀਰ ਨੂੰ ਤੇ ਮਹਾਰਾਜ ਦੀ ਸ਼ਰਨ ਵਿੱਚ ਆ ਗਿਆ। ਕਹਿਣ ਲੱਗੇ ਇਸੇ ਤਰ੍ਹਾਂ ਭਾਈ ਆਨ ਤਿਆਗ ਭੈ ਇੱਕ ਆਸਰ, ਜਿਨ੍ਹਾਂ ਨੇ ਹੋਰਾਂ ਦਾ ਆਸਰਾ ਛੱਡ ਕੇ ਇੱਕ ਆਸਰਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲਿਆ, ਇੱਕ ਆਸਰਾ ਧੰਨ ਗੁਰੂ ਹਰਗੋਬਿੰਦ ਮਹਾਰਾਜ ਸਾਹਿਬ ਜੀ ਦਾ ਲਿਆ, ਇੱਕ ਆਸਰਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਲੈ ਲੈਂਦੇ, ਉਹਨਾਂ ਦੇ ਉੱਪਰ ਫਿਰ ਰੱਖਿਆ ਹੁੰਦੀ ਹੈ। ਸਰਨ ਸਰਨ ਕਰ ਆਏ। ਸਤਿਗੁਰਾਂ ਨੂੰ ਸ਼ਰਨ ਦੇਣ ਵਾਲਾ ਜਾਣ ਕੇ ਤੇ ਸਤਿਗੁਰਾਂ ਦੀ ਸ਼ਰਨ ਵਿੱਚ ਆ ਗਏ। ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਮਹਾਰਾਜ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ, ਇਸ ਤਰ੍ਹਾਂ ਬੇਨਤੀ ਕਰਦਿਆਂ ਆਉਂਦੇ। ਸੋ ਇਸ ਤਰ੍ਹਾਂ ਦੀਆਂ ਬੇਨਤੀਆਂ ਜਿਹੜੇ ਕਰਦੇ, ਸੋ ਸ਼ਰਨ ਵਿੱਚ ਹਾਂ, ਸ਼ਰਨ ਵਿੱਚ ਹਾਂ, ਜਾਂ ਇੱਕੋ ਹੀ ਸ਼ਰਨ ਦੇਣ ਵਾਲਾ ਜਿਹੜਾ ਪਰਮਾਤਮਾ ਹੈ, ਜਿਹੜੇ ਉਹਦੀ ਸ਼ਰਨ ਵਿੱਚ ਆ ਜਾਂਦੇ ਹਨ। ਸੰਤ ਅਨੁਗ੍ਰਹਿ ਭੈ ਮਨ ਨਿਰਮਲ, ਨਾਨਕ ਹਰ ਗੁਣ ਗਾਏ। ਇਸ ਤਰ੍ਹਾਂ ਸ਼ਰਨ ਵਿੱਚ ਆਉਂਦੇ ਨੇ, ਸੰਤ ਅਨੁਗ੍ਰਹ, ਉਹਨਾਂ ਉੱਪਰ ਸਾਧੂ ਦੀ ਕਿਰਪਾ ਹੋਈ ਹੈ। ਸੰਤ ਕਹੀਏ ਜੋ ਸਾਧ ਸੰਗਤ ਹੈ, ਜਿਹੜੇ ਸਾਧ ਸੰਗਤ ਵਿੱਚ ਆ ਕੇ ਆਖਦੇ ਨਾ ਮਹਾਰਾਜ ਸ਼ਰਨ ਆਏ, ਸ਼ਰਨ ਆਏ, ਸ਼ਰਨ ਆਏ। ਇਹ ਸਾਧ ਸੰਗਤ ਫਿਰ ਉਹਨਾਂ ਦੇ ਕਿਰਪਾ ਕਰ ਦਿੰਦੀ ਹੈ। ਕੀ ਕਿਰਪਾ ਕਰਦੀ ਹੈ? ਉਹਨਾਂ ਦੇ ਮਨ ਜਿਹੜੇ ਨੇ ਨਿਰਮਲ ਹੋ ਜਾਂਦੇ, ਮਨ ਦੀ ਮੈਲ ਸੰਗਤ ਵਿੱਚੋਂ ਕੱਟੀ ਜਾਂਦੀ ਹੈ। ਮਨ ਕੀ ਕੱਟੀ ਹੈ ਮੈਲ? ਸਾਧ ਸੰਗ ਮੁਠਿਆਂ। ਜਦੋਂ ਸਤ ਸੰਗਤ ਵਿੱਚ ਆ ਕੇ ਬੈਠੀਏ, ਸੰਗਤ ਵਿੱਚ ਆ ਕੇ ਮਿਲੀਏ ਤੇ ਮਨ ਦੀ ਮੈਲ ਕੱਟੀ ਜਾਂਦੀ ਹੈ। ਇਹ ਸਾਧ ਸੰਗਤ ਹੈ ਹੀ ਗੁਰਮੁਖੋ ਐਸੀ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਸੋ ਸੰਤ ਅਨੁਗ੍ਰਹ ਭੈ ਮਨ ਨਿਰਮਲ, ਉਹਨਾਂ ਦਾ ਮਨ ਨਿਰਮਲ ਹੋ ਗਿਆ ਸੰਤਾਂ ਦੀ ਸੰਗਤ ਵਿੱਚ ਆ ਕੇ। ਗਰੀਬ ਨਵਾਜ ਗੁਰੂ ਗ੍ਰੰਥ ਸਾਹਿਬ ਦੀਆਂ ਦੀ ਸ਼ਰਨ ਵਿੱਚ ਆ ਕੇ ਮਨ ਨਿਰਮਲ ਹੋ ਗਏ। ਐਸੇ ਗੁਰਮੁਖ ਹਨ। ਨਾਨਕ ਹਰ ਗੁਣ ਗਾਏ। ਉਹ ਫਿਰ ਗੁਰੂ ਪਾਤਸ਼ਾਹ ਦੇ ਗੁਣ ਗੁਰੂ ਦੀ ਕਿਰਪਾ ਨਾਲ ਗਾਉਂਦੇ। ਗੁਰੂ ਕਿਰਪਾ ਕਰ ਦੇਵੇ, ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਗੁਰੂ ਰਹਿਮਤ ਨਾਲ ਫਿਰ ਉਹ ਗੁਰਮੁਖ ਗੁਣ ਗਾਉਂਦੇ ਨੇ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਇਹ ਚਾਹ ਬਣਿਆ ਰਵੇ ਅਸੀਂ ਤੇਰੇ ਗੁਣ ਗਾਉਂਦੇ ਰਹੀਏ। ਐਸੀ ਉਹਨਾਂ ਗੁਰਮੁਖਾਂ ਦੀ ਅਵਸਥਾ ਬਣ ਜਾਂਦੀ ਹੈ। ਇਹ ਸਤਿਗੁਰਾਂ ਨੇ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ। ਵਿਚਾਰ ਕਰਦਿਆਂ ਭੁੱਲ ਚੁੱਕ ਦੀ ਮੁਆਫੀ ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ। ਆਨ ਤਿਆਗ ਭੈ ਕਿਆਸਰ, ਸਰਨ ਸਰਨ ਕਰ ਆਏ। ਸੰਤ ਅਨੁਗ੍ਰਹਿ ਭੈ ਮਨ ਨਿਰਮਲ, ਨਾਨਕ ਹਰ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਅੱਜ ਆਪਣੇ ਸੰਨੀ ਇਨਕਲੇਵ ਦੇ ਗੇਟ ਤੇ ਖੂਨਦਾਨ ਕੈਂਪ ਲੱਗ ਰਿਹਾ ਹੈ। ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਸ਼ੁਰੂ ਹੋਣਗੇ 8 ਵਜੇ, ਉਪਰੰਤ ਗੁਰੂ ਕੇ ਲੰਗਰ ਅਟੁੱਟ ਵਰਤਣਗੇ, ਨਾਲ ਨਾਲ ਖੂਨਦਾਨ ਕੈਂਪ ਲੱਗੇਗਾ। ਜਿਨ੍ਹਾਂ ਸੰਗਤਾਂ ਨੇ ਹਾਜ਼ਰੀ ਭਰਨੀ ਹੈ, ਬੇਨਤੀ ਹੈ ਕਿ ਹਾਜ਼ਰੀ ਭਰ ਕੇ ਲਾਹਾ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ 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 ਧੰਨ ਵਾਹਿਗੁਰੂ 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 ਸ੍ਰੀ ਵਾਹਿਗੁਰੂ 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 ਵਾਹਿਗੁਰੂ